ਪੂਰਬਲੇ ਕਰਮਾਂ ਦਾ ਲੇਖਾ, ਲੇਖ ਅਲੇਖ ਸੁਲੇਖ। ਆਮ ਸੰਸਾਰੀ ਲੋਕ ਦੁਨੀਆ ਅੰਦਰ ਦੂਜੇ ਭਾਏ ਦੇ ਦੁਰਮਤ ਕਰਮਾਂ ਵਿੱਚ ਪ੍ਰਵਿਰਤ ਰਹਿੰਦੇ ਹਨ। ਉਹਨਾਂ ਤੋਂ ਦੁਰਮਤ ਕਰਮ ਹੀ ਹੁੰਦੇ ਹਨ, ਭਾਵੇਂ ਉਹ ਵੇਦਾਂ ਨੂੰ ਪੜ੍ਹ ਕੇ ਵਿਖਾਵਣ ਹਾਰੇ ਪੰਡਿਤ ਹੀ ਹੋਣ, ਪਰ ਉਹ ਮਾਇਆ ਮੋਹ ਦੇ ਸੁਆਹ ਵਿੱਚ ਹੀ ਲੱਥ-ਪੱਥ ਰਹਿੰਦੇ ਹਨ। ਉਹਨਾਂ ਦੀ ਪਰਮਾਰਥ ਅਤੇ ਪਰਮਾਰਥੀ ਸੱਚੇ ਕਰਮ ਨਾਮ ਧਰਮ ਵੱਲ ਰੁਚੀ ਹੀ ਨਹੀਂ ਆਉਂਦੀ, ਸੁਰਤੀ ਹੀ ਨਹੀਂ ਫਿਰਦੀ। ਉਹ ਅਵਸ਼ ਭੈੜੇ ਦੁਰਮਤ ਕਰਮ ਹੀ ਕਰਦੇ ਹਨ। ਐਸੇ ਕਰਮਾਂ ਦਾ ਗੇੜ ਉਹਨਾਂ ਦਾ ਮੁੱਕਦਾ ਮਿਟਦਾ ਨਹੀਂ। ਪੂਰਬਲੇ ਕਰਮਾਂ ਦੀ ਲਿਖਤ ਅਨੁਸਾਰ ਇਹ ਦੁਰਮਤੀ ਕਰਮ ਉਹਨਾਂ ਨੂੰ ਅਵਸ਼ ਕਰਨੇ ਬਣਦੇ ਹਨ। ਉਹਨਾਂ ਤੋਂ ਹੁੰਦੇ ਹੀ ਮੰਦੇ ਕਰਮ ਹਨ। ਇਹੋ ਉਹਨਾਂ ਨੂੰ ਪਿਛਲੇ ਜਨਮ ਦੇ ਕਰਮਾਂ ਦਾ ਫਲ ਮਿਲਿਆ ਹੁੰਦਾ ਹੈ, ਮੰਦੇ ਕਰਮ ਕਮਾਉਣਾ। ਇਸ ਜਨਮ ਵਿੱਚ ਇਹ ਮੰਦੇ ਕਰਮ ਕਰਨ ਕਰਕੇ ਉਹਨਾਂ ਦਾ ਅਗਲਾ ਲੇਖਾ ਸਗੋਂ ਹੋਰ ਵੱਧ ਜਾਂਦਾ ਹੈ, ਨਿਬੜਦਾ ਨਹੀਂ। ਅਜਿਹੇ ਮੂਰਖਾਂ ਨੂੰ ਅਗਾਹਾਂ ਹੋਰ ਸਜ਼ਾ ਮਿਲਦੀ ਹੈ। ਉਹ ਦਾਤੇ ਦੇ ਦਿੱਤੇ ਪਦਾਰਥਾਂ ਵਿੱਚ ਹੀ ਰਚ ਪਚ ਜਾਂਦੇ ਹਨ ਅਤੇ ਦਾਤੇ ਨੂੰ ਚੇਤੇ ਹੀ ਨਹੀਂ ਰੱਖਦੇ, ਉਸ ਦਾ ਕਦੇ ਵੀ ਚਿੰਤਨ ਨਹੀਂ ਕਰਦੇ ਜਿਸ ਨੇ ਇਹ ਜੀਓ ਪਿੰਡ ਸਰੀਰ ਦਿੱਤਾ ਹੈ ਅਤੇ ਜੋ ਸਾਰੇ ਚਰਾਚਰ ਜੀਓ ਪਿੰਡ ਸਾਜ ਕੇ ਸਾਰਿਆਂ ਨੂੰ ਮੰਦ ਅਮੰਦ ਕਰਮੀ ਮੂਰਖਾਂ ਮਨਮੁੱਖਾਂ ਨੂੰ ਵੀ ਰਿਜ਼ਕ ਰੋਜ਼ੀ ਦਿੰਦਾ ਸਬਾਹੁੰਦਾ ਪਹੁੰਚਾਉਂਦਾ ਹੈ। ਉਹ ਬਪੜੇ ਮੂੜ ਮੰਦ ਕਰਮੀ ਸਦਾ 84 ਦੇ ਗੇੜ ਵਿੱਚ ਹੀ ਪਏ ਰਹਿੰਦੇ ਹਨ। ਜਮ ਦਾ ਫਾਹਾ ਉਹਨਾਂ ਦੇ ਗਲਾਂ ਵਿੱਚ ਪਿਆ ਹੀ ਰਹਿੰਦਾ ਹੈ, ਕਦੇ ਨਹੀਂ ਕਟੀਂਦਾ। ਫਿਰ ਕੇ ਮੁੜ ਕੇ ਉਹ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ। ਉਹਨਾਂ ਅੰਧ ਅਗਿਆਨੀ ਮਨਮੁੱਖਾਂ ਅੰਧਲਿਆਂ ਨੂੰ ਮਨੁੱਖਾ ਜਨਮ ਦੇ ਸਵਾਰਨ ਦਾ ਉਪਾਅ ਸਰੰਜਾਮ ਕੁਝ ਸੁਝਦਾ ਹੀ ਨਹੀਂ। ਉਹ ਆਪਣੇ ਪੂਰਬਲੇ ਕਰਮਾਂ ਦੀ ਲਿਖਤਕਾਰ ਦਾ ਲਿਖਿਆ ਭੋਗਦੇ ਹਨ, ਕੀਤਾ ਪਾਉਂਦੇ ਹਨ, ਧੁਰ ਲਿਖੀਤਾ ਕਮਾਉਂਦੇ ਹਨ ਅਤੇ ਮੰਦਭਾਗੀ ਹੀ ਮਰਦੇ ਜੰਮਦੇ ਆਉਂਦੇ ਜਾਂਦੇ ਰਹਿੰਦੇ ਹਨ। ਪੂਰੇ ਭਾਗਾਂ ਕਰਕੇ, ਅੱਛੇ ਨੇਕ ਕਰਮਾਂ ਕਰਕੇ ਜਿਨ੍ਹਾਂ ਦੇ ਕਰਮ ਪੂਰਬਲੇ ਜਨਮਾਂ ਦੇ ਕੀਤੇ ਹੋਏ ਹੁੰਦੇ ਹਨ, ਤਿਨਾਂ ਦਾ ਅੰਕੁਰ ਇਹ ਸਫੁੱਟ ਹੁੰਦਾ ਹੈ ਕਿ ਇਸ ਜਨਮ ਵਿਖੇ ਉਹਨਾਂ ਨੂੰ ਸੱਚਾ ਸਤਿਗੁਰੂ ਸੁਖਦਾਤਾ ਆਪਣੇ ਸੱਚੇ ਸਤਿਗੁਰ ਸਰੂਪ ਵਿੱਚ ਆਏ ਮਿਲਦਾ ਹੈ, ਜਿਸ ਤੋਂ ਸੱਚੀ ਦੀਖਿਆ ਗੁਰ ਦੀਖਿਆ ਮਿਲ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਸ ਸੁਖਦਾਤੇ ਸੱਚੇ ਸੁਖਦਾਤੇ ਦੀਆਂ ਕਮਾਈਆਂ ਕਰਕੇ ਉਹ ਵਡਭਾਗੇ ਪੁਰਸ਼ ਸੁਖ ਮਾਣਦੇ ਹਨ ਅਤੇ ਗ੍ਰਸਤ ਵਿੱਚ ਹੀ ਰਹਿੰਦੇ ਹੋਏ ਖਾਂਦੇ ਪੀਂਦੇ ਪਹਿਨਦੇ ਹੱਸਦੇ ਖੇਡਦੇ ਰਹਿੰਦੇ ਹਨ, ਤਿਨਾਂ ਦੀ ਸੁੱਖੋ ਸੁੱਖ ਹੀ ਸਦਾ ਸੁੱਖਾਂ ਆਤਮ ਆਨੰਦਮਈ ਸੁੱਖਾਂ ਵਿੱਚ ਸਾਰੀ ਅਵਰਦਾ ਉਮਰ ਵਿਹਾਉਂਦੀ ਹੈ। ਐਸਾ ਸੁਖਦਾਤਾ ਨਾਮ ਕਦੇ ਵੀ ਮਨੋਂ ਨਹੀਂ ਵਿਸਾਰਨਾ ਚਾਹੀਦਾ, ਜਿਸ ਦੀ ਪ੍ਰਤਾਪ ਕਮਾਈ ਕਰਕੇ ਸੱਚੇ ਦਾਤਾਰ ਦੇ ਦਰ ਸੱਚੀ ਸ਼ੋਭਾ ਮਿਲਦੀ ਹੈ। ਯਥਾ ਗੁਰਵਾਕ। ਸ਼ਲੋਕ ਮਹਲਾ ਤੀਜਾ। ਪੜ ਪੰਡਿਤ ਵੇਦ ਵਖਾਣੈ ਮਾਇਆ ਮੋਹ ਸੁਆਏ, ਦੂਜੈ ਭਾਇ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜ਼ਾਏ। ਜਿਨ ਜੀਓ ਪਿੰਡ ਦਿੱਤਾ ਤਿਸ ਕਬਹੁ ਨ ਚੇਤੈ, ਜੋ ਦਿੰਦਾ ਰਿਜ਼ਕ ਸੰਭਾਹੇ ਜਮ ਕਾ ਫਾਹਾ ਗਲੋਂ ਨ ਕਟਿਐ ਫਿਰ ਆਵੈ ਜਾਏ। ਮਨਮੁਖ ਕਿਛੂ ਨ ਸੂਝੈ ਅੰਧਲੇ, ਪੂਰਬ ਲਿਖਿਆ ਕਮਾਏ, ਪੂਰੈ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ। ਸੁਖ ਮਾਣੈ ਸੁਖ ਪਹਿਨਣਾ ਸੁਖੇ ਸੁਖ ਵਿਹਾਏ, ਨਾਨਕ ਸੋ ਨਾਉ ਮਨੋ ਨ ਵਿਸਾਰੀਐ ਜਿਤ ਦਰ ਸੱਚੈ ਸ਼ੋਭਾ ਪਾਏ। ਗੁਰਮਤ ਨਾਮ ਜਪਣ ਰੂਪੀ ਸੱਚੀ ਕਮਾਈ ਦਾ ਸ਼ੁਭ ਕਰਮ ਪੂਰਬਲੇ ਸ਼ੁਭ ਕਰਮਾਂ ਦੀ ਲਿਖਤ ਅਨੁਸਾਰ ਹੀ ਕੋਵਿਡ ਭਾਗੀ ਗੁਰਮੁਖ ਜਨ ਕਮਾਉਂਦਾ ਹੈ। ਉਹੀ ਗੁਰੂ ਘਰ ਦਾ ਸਤਿਗੁਰੂ ਦਾ ਸੱਚਾ ਸਿੱਖ ਸੇਵਕ ਬਣਦਾ ਹੈ। ਉਸੇ ਨੂੰ ਹੀ ਗੁਰੂ ਦੁਆਰਿਓਂ ਗੁਰੂ ਸਰੂਪ ਪੰਜਾਂ ਪਿਆਰਿਆਂ ਦੇ ਰਾਹੀਂ ਸੱਚੀ ਦੀਖਿਆ ਗੁਰਮਤ ਨਾਮ ਦੀ ਮਿਲਦੀ ਹੈ। ਜਿਸ ਗੁਰਮਤ ਨਾਮ ਦੇ ਸੇਵਨ ਕਮਾਵਨ ਕਰਕੇ ਗੁਰੂ ਦਾ ਸੱਚਾ ਸਿੱਖ ਸੇਵਕ ਬਣਨ ਕਰਕੇ ਤਿਸ ਗੁਰਸਿੱਖ ਸੇਵਕ ਵਡਭਾਗੇ ਗੁਰਮੁਖ ਜਨ ਨੂੰ ਸਦੀਵੀ ਆਤਮ ਪਰਮਾਤਮ ਸੁਖ ਦੀ ਆਨੰਦ ਕਲਿਆਣਦਾਇਕ ਪ੍ਰਾਪਤੀ ਹੁੰਦੀ ਹੈ। ਭਾਗਾਂ ਬਿਨਾਂ ਐਸਾ ਸਤਿਗੁਰੂ ਨਹੀਂ ਮਿਲਦਾ। ਇਹ ਕੇਵਲ ਗੁਰੂ ਘਰ ਗੁਰੂ ਨਾਨਕ ਦੇ ਘਰ ਨੂੰ ਹੀ ਵਡਿਆਈ ਤੌਫੀਕ ਹੈ ਕਿ ਜਿੱਥੋਂ ਗੁਰ ਦੀਖਿਆ ਰੂਪੀ ਸ਼ਬਦ ਗੁਰਮੰਤਰ ਦੀ ਸੱਚੀ ਦਾਤ ਸੁਲਭਤ ਹੁੰਦੀ ਹੈ, ਲੱਭਦੀ ਹੈ। ਸਤਿਗੁਰੂ ਗੁਰੂ ਨਾਨਕ ਦਸ਼ਮੇਸ਼ ਨੇ ਜੁਗਾਂ ਪ੍ਰਯੰਤ ਸਦੀਵ ਲਈ ਪੰਜਾਂ ਪਿਆਰਿਆਂ ਦੁਆਰਾ ਇਸ ਦਾਤ ਪ੍ਰਾਪਤੀ ਦਾ ਧੁਰਵਾ ਬੰਨ ਦਿੱਤਾ। ਇਹੀ ਸ਼ਬਦ ਗੁਰਮੰਤਰ ਰੂਪੀ ਦਾਤ ਹੈ, ਜਿਸ ਦੀ ਕਮਾਈ ਕਰਕੇ ਦਾਤੇ ਦਾਤਾਰ ਅਗਮ ਅਗੋਚਰ ਨਿਰੰਕਾਰ ਨੂੰ ਮਿਲੀਦਾ ਹੈ। ਯਥਾ ਗੁਰਵਾਕ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਐ ਨਾਹੀਂ ਸ਼ਬਦੈ ਮੇਲ ਮਿਲਾਵਣਿਆ। ਮਾਝ ਮਹਲਾ ਤੀਜਾ। ਇਹ ਪੂਰਬਲੇ ਕਰਮਾਂ ਦਾ ਅੰਕੁਰ ਹੈ। ਜਦੋਂ ਇਹ ਉਗਵਦਾ ਪੁੰਕਰਦਾ ਹੈ, ਪ੍ਰਗਟ ਉਦੇ ਹੁੰਦਾ ਹੈ, ਤਦੇ ਹੀ ਪੂਰਬ ਕਰਮੜੇ ਅੰਕੁਰ ਪ੍ਰਗਟ ਹੋਣ ਕਰ ਰਸਕ ਬੈਰਾਗੀ ਪੁਰਖ ਕਿਸੇ ਨਾਮ ਬਾਣੀ ਕੀਰਤਨ ਦੇ ਰਸੀਏ ਮਾਇਆ ਤੋਂ ਅਤੀਤ ਪਰਮਾਤਮਾ ਮਿਲਾਪ ਦੇ ਅਰੂੜ ਵੈਰਾਗ ਅਨੁਰਾਗ ਪਾਂਗੇ ਪੁੱਜੇ ਹੋਏ ਗੁਰਮੁਖ ਜਨ ਦਾ ਦਰਸ ਭੇਟ ਮਿਲਾਵਾ ਹੁੰਦਾ ਹੈ। ਜਿਸ ਦੇ ਸੁਤੇ ਪ੍ਰੇਰਨਾ ਪ੍ਰਭਾਵ ਪ੍ਰਤਾਪ ਕਰ ਉਹ ਜਗਿਆਸੂ ਉੱਤਮ ਪੁਰਸ਼ ਵਡਭਾਗਾ ਸਤਿਗੁਰੂ ਗੁਰੂ ਨਾਨਕ ਦੇ ਦਰੋਂ ਘਰੋਂ ਵਰੋਸਾਉਂਦਾ ਹੈ, ਗੁਰਮਤ ਨਾਮ ਦੀ ਅਮੋਲਕ ਦਾਤ ਪਾਉਂਦਾ ਹੈ।
ਇਸ ਬਿਦ ਗੁਰਮੁਖ ਸੰਤ ਜਨਾਂ ਪੰਚ ਜਨਾਂ ਦੀ ਸੰਗਤ ਦੇ ਤੁਫੈਲ ਉਸ ਦੇ ਅਗਿਆਨ ਅੰਧੇਰ ਗੁਬਾਰ ਦੀ ਨਿੰਦਰਾ ਵਿੱਚ ਜਨਮ ਜਨਮਾਂਤਰਾਂ ਦੇ ਸੁਤੜੇ ਦੀ ਗੁਰ ਗਿਆਨ ਜੋਤ ਪ੍ਰਕਾਸ਼ੀ ਜਾਗ ਖੁੱਲ ਜਾਂਦੀ ਹੈ। ਯਥਾ ਗੁਰਵਾਕ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਗੌੜੀ ਮਹਲਾ ਪੰਜਵਾਂ। ਗੁਰਮਤਿ ਨਾਮ ਅਭਿਆਸ ਰੂਪੀ ਕਰਮ ਸਾਰੇ ਸਰੀਰਕ ਰੋਗਾਂ ਲਈ ਔਖਦੀ ਰੂਪ ਨੁਸਖਾ ਹੈ। ਗੁਰਮਤਿ ਗੁਣ ਮੰਗਲ ਗਾਉਣ ਰੂਪੀ ਸਚੜਾ ਕਰਮ ਕਲਿਆਣ ਰੂਪ ਹੈ ਜਿਸ ਤੋਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰਮਤਿ ਨਾਮ ਰੂਪੀ ਬੀਜ ਮੰਤਰ ਅਰਥਾਤ ਉਹ ਗੁਰਮੰਤਰ ਜੋ ਅੰਮ੍ਰਿਤ ਛਕਣ ਸਮੇਂ ਪੰਜਾਂ ਪਿਆਰਿਆਂ ਦੁਆਰਾ ਅਧਿਕਾਰੀ ਅੰਮ੍ਰਿਤ ਪਾਤਰ ਜਗਿਆਸੂ ਜਨ ਦੇ ਹਿਰਦੇ ਅੰਦਰ ਬੀਜਿਆ ਜਾਂਦਾ ਹੈ। ਇਸ ਦਾ ਪ੍ਰਾਪਤੀਮਈ ਗਿਆਨ ਸਰਬ ਪ੍ਰਾਣੀ ਮਾਤਰ ਲਈ ਹੈ। ਚੌਹਾਂ ਵਰਨਾਂ ਵਿੱਚੋਂ ਹਰ ਕੋਈ ਇਸ ਦਾ ਅਧਿਕਾਰੀ ਹੈ। ਹਰ ਇੱਕ ਵਰਨ ਹਰ ਇੱਕ ਜਾਤ ਜਨਮ ਦਾ ਪ੍ਰਾਣੀ ਗੁਰਮਤਿ ਨਾਮ ਦੇ ਜਪਣ ਦਾ ਹੱਕ ਰੱਖਦਾ ਹੈ। ਜੋ ਕੋਈ ਵੀ ਗੁਰਮਤਿ ਨਾਮ ਦਾ ਜਾਪ ਕਰਦਾ ਹੈ ਭਾਵੇਂ ਕਿਸੇ ਵਰਨ ਜਾਤੀ ਵਿੱਚੋਂ ਜਨਮਿਆ ਹੋਵੇ ਤਿਸ ਦੀ ਨਿਰਸੰਦੇਹ ਗਤ ਕਲਿਆਣ ਹੋ ਜਾਂਦੀ ਹੈ। ਪਰੰਤੂ ਇਸ ਗੁਰਮਤਿ ਨਾਮ ਦੀ ਪ੍ਰਾਪਤੀ ਅਤੇ ਜਪਣ ਦੀ ਜੁਗਤੀ ਤਿਸੇ ਵਿਰਲੇ ਵਡਭਾਗੀ ਪੁਰਸ਼ ਨੂੰ ਨਸੀਬ ਹੁੰਦੀ ਹੈ ਜਿਸ ਨੂੰ ਗੁਰੂ ਘਰ ਦੀ ਸਾਧ ਸੰਗਤ ਸੱਚੀ ਸਤ ਸੰਗਤ ਵਿੱਚ ਵਾਸਾ ਮਿਲਣ ਦੇ ਕਾਰਨ ਪੰਜਾਂ ਪਿਆਰਿਆਂ ਤੋਂ ਬੀਜ ਮੰਤਰੀ ਜੀਵਨ ਗੁੜਤੀ ਮਿਲ ਚੁੱਕੀ ਹੋਵੇ। ਹੋਰ ਕਿਸੇ ਵੀ ਜੁਗਤੀ ਦੁਆਰਾ ਗੁਰਮਤਿ ਨਾਮ ਅਤੇ ਨਾਮੀ ਵਾਹਿਗੁਰੂ ਨਹੀਂ ਪਾਇਆ ਜਾ ਸਕਦਾ। ਨਾ ਹੀ ਕਿਸੇ ਹੋਰਤ ਧਰਮ ਕਰਮ ਕੀਤਿਆਂ ਵਾਹਿਗੁਰੂ ਅਤੇ ਵਾਹਿਗੁਰੂ ਦਾ ਨਾਮ ਮਿਲਦਾ ਹੈ। ਬਸ ਤਿਸੇ ਨੂੰ ਮਿਲਦਾ ਹੈ ਜਿਸ ਦੇ ਪੂਰਬਲੇ ਕਰਮਾਂ ਵਿੱਚੋਂ ਧੁਰੋਂ ਕਰਮ ਵਿਧਾਤੇ ਨੇ ਲਿਖਿਆ ਹੁੰਦਾ ਹੈ। ਜਿਸ ਦੇ ਉੱਪਰ ਇਸ ਬਿਦ ਧੁਰ ਨਦਰ ਕਰਮੀ ਕਿਰਪਾ ਹੋ ਗਈ ਹੋਵੇ ਉਸੇ ਹੀ ਗੁਰਮੁਖ ਜਨ ਦੇ ਰਿਦ ਅੰਤਰ ਆਤਮੇ ਹੀ ਗੁਰਮਤਿ ਨਾਮ ਦ੍ਰਿੜ ਕਰਕੇ ਧਾਰਨ ਹੁੰਦਾ ਹੈ। ਗੁਰਮਤਿ ਨਾਮ ਦੇ ਧਾਰਨ ਰੂਪੀ ਅਭਿਆਸ ਦੀ ਕਲਾ ਐਸੀ ਪਾਰਸ ਰੂਪ ਹੈ ਕਿ ਇਹ ਪਸ਼ੂਆਂ ਪ੍ਰੇਤਾਂ ਮੁਗਧਾਂ ਪੱਥਰਾਂ ਦੇ ਵੀ ਧਾਰਨ ਨੂੰ ਸਮਰੱਥ ਹੈ। ਯਥਾ ਗੁਰਵਾਕ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ। ਗੌੜੀ ਸੁਖਮਨੀ ਮਹਲਾ ਪੰਜਵਾਂ। ਨਾ ਸਿਰਫ ਨਾਮ ਰੂਪੀ ਅਭਿਆਸ ਕਰਮ ਦੀ ਗਤ ਹੀ ਪੂਰਬ ਲਿਖੇ ਕਰਮਾਂ ਦਾ ਫਲ ਹੈ ਬਲਕਿ ਜੋ ਜੋ ਕਰਮ ਰੂਪੀ ਕਾਰ ਹਰ ਇੱਕ ਪ੍ਰਾਣੀ ਸੁਤੇ ਸੁਭਾਵ ਕਰਦਾ ਹੈ ਅਤੇ ਬਿਥੋਹਾ ਹੋ ਕੇ ਕਰੀ ਜਾਂਦਾ ਹੈ ਉਹ ਕਾਰ ਕਰਮ ਉਸ ਦੇ ਪੂਰਬਲੇ ਕਰਮਾਂ ਦੀ ਲਿਖਤ ਕਾਰ ਰੂਪੀ ਫਲ ਹੈ ਅਤੇ ਇਹ ਕਾਰ ਕਮਾਵਣੀ ਕਰਤੇ ਨੇ ਹੀ ਕਰਮ ਫਲ ਦਾਤੇ ਨੇ ਹੀ ਧੁਰੋਂ ਲਿਖ ਪਾਈ ਹੈ। ਯਥਾ ਗੁਰਵਾਕ ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨੈ ਪਾਏ ਆਸਾ ਦੀ ਵਾਰ ਪੌੜੀ 24ਵੀਂ। ਸਾਕਤ ਸੁਆਨ ਸਭ ਕਰੇ ਕਰਾਇਆ ਜੋ ਧੁਰ ਲਿਖਿਆ ਸੋ ਕਰਮ ਕਮਾਇਆ। ਆਸਾ ਸ੍ਰੀ ਕਬੀਰ ਜੀਓ। ਭਾਵ ਧੁਰੋਂ ਲਿਖ ਛੋਡੀ ਕਾਰ ਧੁਰੋਂ ਲਿਖਿਆ ਪੂਰਬਲੇ ਜਨਮ ਦਾ ਕਰਮ ਅਵਸ਼ ਕਰਨਾ ਪੈਂਦਾ ਹੈ। ਇਹ ਕਰਮ ਕਰਨਹਾਰੇ ਦੇ ਵੱਸ ਦਾ ਉਸ ਦੀ ਆਪਣੀ ਮਰਜ਼ੀ ਦਾ ਕਰਮ ਨਹੀਂ ਰਹਿੰਦਾ। ਇਸ ਵਿੱਚ ਉਸ ਦਾ ਕੋਈ ਚਾਰਾ ਨਹੀਂ ਚੱਲਦਾ ਆਪ ਮੁਹਾਰਾ ਹੀ ਉਸ ਤੋਂ ਹੁੰਦਾ ਹੈ। ਇਹ ਕਰਮ ਉਸ ਦੇ ਪਿਛਲੇ ਜਨਮ ਦੀ ਸਜ਼ਾ ਦੇ ਰੂਪ ਵਿੱਚ ਹੁੰਦਾ ਹੈ। ਜਜ਼ਾ ਸਜ਼ਾ ਦੇਣਹਾਰਾ ਕਰਮ ਵਿਧਾਤਾ ਕਰਮ ਫਲ ਦਾਤਾ ਵਾਹਿਗੁਰੂ ਹੀ ਉਸ ਤੋਂ ਕਰਾਉਂਦਾ ਹੈ। ਪਰ ਇਸ ਕਰਮ ਕਰਨ ਦੀ ਜ਼ਿੰਮੇਵਾਰੀ ਤੋਂ ਕਰਮ ਕਰਨਹਾਰਾ ਪ੍ਰਾਣੀ ਵੰਚਿਤ ਨਹੀਂ ਹੁੰਦਾ। ਜ਼ਿੰਮੇਵਾਰੀ ਤਾਂ ਉਸ ਦੀ ਜ਼ਰੂਰੀ ਠਹਿਰੀ। ਪਿਛਲੇ ਜਨਮ ਦੇ ਕਰਮਾਂ ਦਾ ਜ਼ਿੰਮੇਵਾਰ ਕਰਨਹਾਰਾ ਪ੍ਰਾਣੀ ਹੀ ਗਰਦਾਨਿਆ ਜਾਂਦਾ ਹੈ। ਪਿਛਲੇ ਜਨਮ ਦੇ ਕਰਮਾਂ ਦੀ ਜਜ਼ਾ ਸਜ਼ਾ ਵਿੱਚ ਉਸ ਨੂੰ ਉਸ ਦੇ ਕਰਮ ਦੀ ਹਯਾਤ ਦੇ ਮੁਤਾਬਕ ਨਿਰਾ ਜਨਮ ਹੀ ਨਹੀਂ ਮਿਲਦਾ ਬਲਕਿ ਇਸ ਨਵੇਂ ਮਿਲੇ ਕਰਮ ਕੈਂਤੀ ਜਨਮ ਦੀ ਜਯੰਤੀ ਵਾਲੇ ਕਰਮ ਵੀ ਉਸ ਨੂੰ ਅਵਸ਼ ਕਰਨੇ ਪੈਂਦੇ ਹਨ। ਸਾਕਤ ਕਰਮੀਆਂ ਨੂੰ ਸਾਕਤਾਂ ਵਾਲਾ ਜਨਮ ਹੀ ਮਿਲੇਗਾ ਅਤੇ ਸਾਕਤਾਂ ਵਾਲੇ ਕਰਮ ਹੀ ਉਹਨਾਂ ਤੋਂ ਹੋਣਗੇ। ਇਸ ਦੀ ਠੱਲ ਨਹੀਂ ਪੈਂਦੀ ਨਾ ਪਵੇਗੀ ਜਦੋਂ ਤਾਈਂ ਹੁਕਮ ਰਜ਼ਾਈ ਕਰਮ ਵਿਧਾਤੇ ਦੀ ਹੁਕਮ ਰਜ਼ਾ ਅਨੁਸਾਰ ਉਹ ਸੁਲੱਖਣਾ ਵਿਲੱਖਣਾ ਕੰਮ ਕਰਮ ਉਸ ਤੋਂ ਨਹੀਂ ਹੋ ਆਵੇਗਾ ਜੋ ਕਮਾਤੇ ਸਮੂਹ ਕਰਮਾਂ ਨੂੰ ਬੰਨ ਲਾਉਣ ਹਾਰਾ ਹੈ। ਇਹ ਸ਼ੁਭ ਕਰਮ ਵੀ ਕਿਸੇ ਸ਼ੁਭ ਕਰਮੀ ਅੰਕੁਰ ਦੇ ਉਗਮਣ ਕਰ ਹੀ ਹੋਵੇਗਾ। ਅਗਿਆਨੀ ਮੂੜ ਲੋਕ ਅਸ਼ੁਭ ਕਰਮਾਂ ਦਾ ਦੋਸ਼ ਤਾਂ ਕਰਾਉਣ ਹਾਰੇ ਤੇ ਲਾਉਂਦੇ ਹਨ ਅਤੇ ਸ਼ੁਭ ਕਰਮਾਂ ਦੇ ਕਰਨ ਦਾ ਕ੍ਰੈਡਿਟ ਆਪ ਲੈਂਦੇ ਹਨ। ਸ਼ੁਭ ਕਰਮਾਂ ਦੇ ਕਰਨਹਾਰੇ ਆਪਣੇ ਆਪ ਨੂੰ ਮੰਨਦੇ ਹਨ। ਇਹ ਉਹਨਾਂ ਦਾ ਅਨੁਮਾਨ ਬਿਲਕੁਲ ਗਲਤ ਹੈ ਅਤੇ ਉੱਕਾ ਹੀ ਗੁਰਮਤਿ ਪ੍ਰਤੀਕੂਲ ਗੁਰਮਤਿ ਤੋਂ ਉਲਟ ਹੈ। ਕਰਤਾਰ ਦੇ ਘਰ ਸਦਾ ਸੱਚਾ ਨਿਆਂ ਹੈ। ਉਹ ਕਰਤਬਾਂ ਤੇ ਕਰਮਾਂ ਤੇ ਨਿਬੇੜਾ ਕਰਦਾ ਹੈ। ਪੂਰਬਲੇ ਜਨਮ ਦੀ ਕਰਮੀ ਕਰਤੂਤ ਅਨੁਸਾਰ ਹੀ ਨਿਆਂ ਨਿਬੇੜਦਾ ਹੈ। ਪਿਛਲੇ ਜਨਮ ਦੇ ਕਿਸੇ ਸ਼ੁਭ ਕਰਮ ਦੇ ਸ਼ੁਭ ਅੰਕੁਰ ਕਰਕੇ ਉਸ ਨੂੰ ਮਨੁੱਖਾ ਜਨਮ ਫੇਰ ਮਿਲਦਾ ਹੈ। ਮਨੁੱਖਾ ਜਨਮ ਦੇ ਦੇਣਹਾਰਾ ਦਾਤਾਰ ਕਰਤਾਰ ਵਾਹਿਗੁਰੂ ਹੈ। ਜਿਸ ਦੇ ਵੱਡੇ ਭਾਗ ਹੁੰਦੇ ਹਨ ਉਸ ਨੂੰ ਧੁਰ ਪਠਾਏ ਗੁਰੂ ਅਵਤਾਰ ਦਾ ਉਪਦੇਸ਼
ਕਾਟ ਕਰ ਜਾਂਦਾ ਹੈ ਅਤੇ ਉਸ ਦੇ ਦਰਸਾਏ ਸ਼ੁਭ ਵਿਲੱਖਣੀ ਕਰਮ ਨੂੰ ਕਰਨ ਵਿੱਚ ਰੁਚਿਤ ਹੋ ਜਾਂਦਾ ਹੈ। ਪ੍ਰਬਲ ਰੁਚੀ ਹੋਣ ਕਰ ਉਕਤ ਸ਼ੁਭ ਕਰਮ ਨੂੰ ਕਰਨ ਲੱਗ ਪੈਂਦਾ ਹੈ। ਤਦ ਉਸ ਦੇ ਪਿਛਲੇ ਕਰਮਾਂ ਦਾ ਵੀ ਨਿਬੇੜਾ ਹੋ ਜਾਂਦਾ ਹੈ। ਉਸ ਦੇ ਭੋਗ ਤਾਂ ਅਵਸ਼ ਭੋਗਣੇ ਪੈਂਦੇ ਹਨ। ਭੁਗਾਵਣ ਹਾਰਾ ਛਿਨ ਮਾਤਰ ਵਿੱਚ ਭੁਗਾਏ ਦਿੰਦਾ ਹੈ। ਜੋ ਪ੍ਰਾਣੀ ਮਾਇਕ ਪਦਾਰਥਾਂ ਦੇ ਲਾਲਚਾਂ ਵਿੱਚ ਲੱਥ-ਪੱਥ ਹੋਇਕੈ ਅਤੇ ਦ੍ਰਿਸ਼ਮਾਨ ਪੰਜ ਭੂਤਕ ਲਹਿਵੋ ਲਾਭ ਦੇ ਰਸਾਂ ਕਸਾਂ ਰੂਪਾਂ ਰੰਗਾਂ ਵਿੱਚ ਭੁਲਾਏਮਾਨ ਤੇ ਲੁਭਾਏਮਾਨ ਹੋ ਕੇ ਮਨੁੱਖਾ ਜਾਮੇ ਰੂਪੀ ਰਤਨ ਜਨਮ ਨੂੰ ਰਾਇਗਾਂ ਬੇਅਰਥ ਹੀ ਖੋ ਲੈਂਦੇ ਹਨ, ਤਿਨਾਂ ਨੂੰ ਕਰਮ ਸੁਕਰਮ ਕਰਨ ਦੀ ਔੜਨੀ ਹੀ ਨਹੀਂ ਔੜਦੀ, ਸੂਝ-ਬੂਝ ਹੀ ਨਹੀਂ ਆਉਂਦੀ, ਜਿਸ ਕਰਕੇ ਇਹ ਰਤਨ ਜਨਮ ਸਕਾਰਥਾ ਹੁੰਦਾ ਹੈ। ਉਹ ਉਸ ਸ੍ਰੇਸ਼ਟ ਸੁਕਰਮ ਨੂੰ ਕਰ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਪੂਰਬਲੇ ਆਪਣੇ ਪਿਛਲੇ ਜਨਮ ਵਿੱਚ ਸੁਕ੍ਰਿਤ ਕਰਮਾਂ ਵਾਲਾ ਬੀਜ ਹੀ ਨਹੀਂ ਬੋਇਆ ਹੁੰਦਾ। ਜਿਸ ਕਰੂਰ ਕਰਮਾਂ ਰੂਪੀ ਮੰਦ ਭਾਗਾਂ ਦੇ ਕਾਰਨ ਨਾ ਉਹਨਾਂ ਨੂੰ ਇਸ ਜਨਮ ਵਿੱਚ ਸਤਸੰਗਤ ਪ੍ਰਾਪਤ ਹੁੰਦੀ ਹੈ, ਨਾ ਉਹ ਸੁਕ੍ਰਿਤ ਕਰਨੀ ਵਾਲੇ ਕਰਮ ਵਿੱਚ ਲੱਗ ਸਕਦੇ ਹਨ। ਯਥਾ ਗੁਰਵਾਕ ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ, ਪੂਰਬ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ। ਰਹਾਓ। ਆਸਾ ਸ੍ਰੀ ਕਬੀਰ ਜੀਓ। ਕਰਮ ਭੂਮੀ ਵਿੱਚ ਜੈਸਾ ਬੀਜ ਪੂਰਬ ਜਨਮਾਂ ਵਿੱਚ ਬੀਜਿਆ ਹੁੰਦਾ ਹੈ, ਸੋਈ ਇਸ ਜਨਮ ਵਿੱਚ ਲੁੜਨਾ ਪੈਂਦਾ ਹੈ। ਪਿਛਲੇ ਜਨਮ ਵਿੱਚ ਕੀਤੇ ਕਰਮਾਂ ਦਾ ਲੇਖਾ ਹਰ ਪ੍ਰਾਣੀ ਦੇ ਮੱਥੇ ਤੇ ਲਿਖਿਆ ਹੁੰਦਾ ਹੈ। ਇਹਨਾਂ ਲੇਖਾਂ ਅਨੁਸਾਰ ਹੀ ਜੋ ਕਰਮ ਅੱਗੇ ਨੂੰ ਅਗਲੇ ਜਨਮ ਵਿੱਚ ਕਰਨੇ ਹਨ, ਸੋ ਭੁਗਤਣੇ ਪੈਂਦੇ ਹਨ। ਪਿਛਲੇ ਜਨਮਾਂ ਦੇ ਮੰਦ ਕਰਮੀ ਪੁਰਸ਼ ਦੀ ਜਮਾਂਦਰੂ ਰੁਚੀ ਹੀ ਮੰਦ ਕਰਮਾਂ ਵੱਲ ਪ੍ਰਵਿਰਤ ਹੁੰਦੀ ਹੈ ਅਤੇ ਜਿਸਨੇ ਪਿਛਲੇ ਜਨਮ ਵਿੱਚ ਸੁਕ੍ਰਿਤ ਕਰਮੀ ਸ਼ੁਭ ਕਰਮੀ ਬੀਜ ਬੋਇਆ ਹੁੰਦਾ ਹੈ, ਉਸ ਦੀ ਸੁਤੇ ਸ੍ਰਿਸ਼ਟ ਮੁੱਢ ਕਦੀਮੀ ਖਸਲਤ ਹੀ ਸੁਚੱਜੇ ਸੁਕਰਮਾਂ ਵੱਲ ਪ੍ਰਬਲ ਕਰਕੇ ਪ੍ਰੇਰਿਤ ਹੁੰਦੀ ਹੈ। ਜੋ ਧੁਰ ਲਿਖਿਆ ਲੇਖ ਸੇ ਕਰਮ ਕਮਾਇਸੀ ਵਾਲਾ ਗੁਰਵਾਕ ਇਸ ਪ੍ਰਥਾਏ ਠੀਕ ਕੱਟਦਾ ਹੈ ਅਤੇ ਜਿਸ ਦੇ ਲੇਖ ਵਿੱਚ ਧੁਰੋਂ ਹੀ ਪੂਰਾ ਸੁਕ੍ਰਿਤ ਕਰਮੀ ਲੇਖ ਲਿਖਿਆ ਹੁੰਦਾ ਹੈ, ਤਿਸ ਵਡਭਾਗੇ ਜਨ ਨੇ ਹੀ ਇਸ ਜਨਮ ਅੰਦਰ ਗੁਰ ਦੀਖਿਅਤ ਗੁਰਮਤ ਨਾਮ ਧਿਆਇਆ ਹੈ। ਯਥਾ ਗੁਰਵਾਕ ਜਿਸਨੂੰ ਕਰਮ ਹੋਵੇ ਧੁਰ ਪੂਰਾ, ਤਿਨ ਗੁਰਮੁਖ ਹਰ ਨਾਮ ਧਿਆਇਆ। ਸ਼ਲੋਕ ਮਹਲਾ ਤੀਜਾ। ਜਿਨ੍ਹਾਂ ਨੂੰ ਧੁਰੋਂ ਹੀ ਸ਼ੁਭ ਕਰਮ ਪ੍ਰਾਪਤ ਲਿਖਤ ਪਈ ਹੈ, ਤਿਨਾਂ ਨੂੰ ਹੀ ਇਸ ਜਨਮ ਵਿਖੇ ਨਾਮ ਧਿਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਪਰ ਹੁੰਦਾ ਵਿਰਲੇ ਗੁਰਮੁਖ ਜਨਾਂ ਨੂੰ ਹੀ ਹੈ। ਪਹਿਲਾਂ ਤਾਂ ਵੱਡੇ ਭਾਗਾਂ ਕਰਕੇ ਮਨੁੱਖਾ ਜਨਮ ਮਿਲਦਾ ਹੈ, ਫਿਰ ਅਤ ਵੱਡੇ ਭਾਗਾਂ ਕਰਕੇ ਗੁਰੂ ਘਰ ਵਿਖੇ ਗੁਰੂ ਨਾਨਕ ਦੇ ਘਰਾਣੇ ਗੁਰ ਸੰਗਤ ਵਿੱਚ ਨਿਵਾਸ ਹੁੰਦਾ ਹੈ ਅਤੇ ਗੁਰੂਦੁਆਰਿਓਂ ਪੰਚਾਮ੍ਰਿਤੀ ਗੁਰ ਦੀਖਿਆ ਮਿਲਦੀ ਹੈ। ਜਿਸ ਜਿਸ ਵਿਰਲੇ ਜਨ ਨੂੰ ਇਹ ਦਾਤ ਮਿਲਦੀ ਹੈ, ਉਹ ਗੁਰਮੁਖ ਵਿਰਲਿਆਂ ਦੀ ਸੰਗਤ ਅਤੇ ਪੰਥ ਵਿੱਚ ਆ ਰਲਦਾ ਹੈ। ਐਸੇ ਗੁਰਮੁਖ ਵਿਰਲਿਆਂ ਦਾ ਸਮੂਹ ਹੀ ਖਾਲਸਾ ਪੰਥ ਹੈ। ਬੇਖਾਸ ਤੇ ਬੇਖਾਲਸ ਮਲੇਛੀ ਭੇਖੀ ਬੰਦੇ ਜੋ ਨਾਮ ਅਭਿਆਸ ਦੇ ਨੇੜੇ ਨਹੀਂ ਜਾਂਦੇ, ਖਾਲਸਾ ਸਦਾਉਣ ਦੇ ਅਧਿਕਾਰੀ ਹੀ ਨਹੀਂ। ਅਜਿਹੇ ਮੰਦ ਕਰਮੀ ਮਲੇਛ ਖਾਲਸੇ ਨੇ ਹੀ ਪੰਥ ਨੂੰ ਬਦਨਾਮ ਕੀਤਾ ਹੈ। ਦਿਨ ਆਵੇਗਾ ਕਿ ਉਹ ਪਰਸਪਰ ਖਹਿ ਖਹਿ ਕੇ ਹੀ ਖਹਿ ਹੋ ਜਾਣਗੇ। ਤਤ ਨਰੋਤਮੀ ਖਾਲਸਾ ਕੌਮ ਜੁਗੋ ਜੁਗ ਅਟਲ ਅਤੇ ਅਮਰ ਰਹੇਗੀ। ਇਹਨਾਂ ਮਲੇਛ ਕਰਮੀਆਂ ਦੇ ਵੀ ਕੋਈ ਵਸ ਦੀ ਗੱਲ ਨਹੀਂ ਰਹੀ। ਇਹਨਾਂ ਦੀ ਪੂਰਬਲੀ ਲਿਖਤ ਕਾਰ ਹੀ ਐਸੀ ਹੈ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। ਗੁਰਵਾਕ ਦੇ ਭਾਵ ਅਨੁਸਾਰ ਹਰੇਕ ਪ੍ਰਾਣੀ ਨੂੰ ਅਵਸ਼ ਉਹ ਕਰਮ ਕਰਨੇ ਬਣਦੇ ਹਨ, ਜੈਸੀ ਕਿ ਕਿਰਤ ਕਰਮ ਰੇਖਾ ਕਰਤੇ ਨੇ ਧੁਰੋਂ ਲਿਖ ਪਾਈ ਹੈ। ਪਰੰਤੂ ਇਹਨਾਂ ਕਰਮ ਰੇਖਣੀ ਮਲੇਛ ਕਰਮਾਂ ਦੇ ਉਹਨਾਂ ਨੂੰ ਜਵਾਬ ਦੇ ਜ਼ਰੂਰ ਹੋਣਾ ਪਵੇਗਾ। ਸਰਬ ਜੀਆਂ ਸਿਰਲੇਖ ਧੁਰ ਤੋਂ ਹੀ ਲਿਖੇ ਹੋਏ ਹਨ। ਕੋਈ ਵੀ ਪ੍ਰਾਣੀ ਇਸ ਲਿਲਾਟੀ ਲਿਖਤ ਤੋਂ ਮੁਸਤਸਨਾ ਨਹੀਂ। ਸਭ ਹੀ ਲੇਖੇ ਅੰਦਰ ਹਨ। ਕੇਵਲ ਕਰਤਾ ਪੁਰਖ ਅਲੇਖ ਹੈ। ਆਪ ਕਰਤਾ ਪੁਰਖ ਇਹ ਕੁਦਰਤ ਰਚ ਰਚ ਕੇ ਚਰਾਚਰ ਜੀਵਾਂ ਦੇ ਲੇਖ ਸੁਲੇਖ ਤੇ ਕੁਲੇਖ ਵਿਚਾਰਦਾ ਹੈ ਅਤੇ ਖੁਦ ਅਲੇਖ ਹੀ ਰਹਿੰਦਾ ਹੈ। ਲੇਖ ਰਹਿਤ ਹੈ ਤਾਂ ਕੁਦਰਤ ਦਾ ਕਰਨਹਾਰ ਰਚਨਹਾਰ ਕਰਤਾ ਪੁਰਖ ਹੀ ਹੈ, ਜੋ ਨਾ ਸਿਰਫ ਕੁਦਰਤ ਨੂੰ ਰਚ ਰਚ ਕੇ ਹੀ ਦੇਖਦਾ ਹੈ, ਬਲਕਿ ਕੁਦਰਤ ਦੇ ਕਾਦਰ ਕਰਤੇ ਪੁਰਖ ਨੂੰ ਪੂਰਾ ਮਕਦੂਰ ਹੈ ਕਿ ਆਪਣੀ ਕੀਤੀ ਰਚੀ ਕੁਦਰਤ ਦੇ ਜੀਵਾਂ ਦੇ ਮੁਕੱਦਰ ਅਨੁਸਾਰ ਸਾਰੀ ਕਾਇਨਾਤ ਨੂੰ ਆਪਣੇ ਹੁਕਮ ਅੰਦਰ ਚਲਾਏ, ਜੈਸਾ ਕਿ ਗੁਰਵਾਕ ਹੈ। ਸਰਬ ਜੀਆਂ ਸਿਰ ਲੇਖ ਤੁਰਾਹੂੰ, ਬਿਨ ਲਿਖੈ ਨਹੀਂ ਕੋਈ ਜਿਉ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜਿਉ। ਸੋਰਠ ਮਹਲਾ ਪਹਿਲਾ। ਹੁਕਮ ਰਜ਼ਾਈ ਕਰਤੇ ਦੇ ਹੁਕਮ ਰਜ਼ਾ ਅਨੁਸਾਰ ਜਿਸ ਪ੍ਰਾਣੀ ਦਾ ਪੂਰਬਲਾ ਕਰਮ ਭਲਾ ਪੰਨੇ ਪਿਆ ਹੁੰਦਾ ਹੈ, ਤਿਸ ਨੂੰ ਗੁਰਮੁਖ ਸਾਧ ਜਨਾਂ ਦੀ ਸੰਗਤ ਵਿੱਚ ਪ੍ਰਾਰਬਦੀ ਬਿਸਰਾਮ ਮਿਲਦਾ ਹੈ। ਸੇ ਸਦਾ ਹੀ ਸੰਤਾਂ ਭਗਤਾਂ ਕੀਰਤਨੀ ਜਨਾਂ ਦਾ ਪੱਲਾ ਫੜੀ ਰੱਖਦੇ ਹਨ। ਤਿਨਾਂ ਦੀ ਓਟ ਆਸਰੇ ਰੂਪੀ ਸੰਗਤ ਨੂੰ ਉਹ ਸਦਾ ਸਹਾਈ ਜਾਣਦੇ ਹਨ। ਤਾਂ ਤੇ ਜਿੱਥੇ ਵੀ ਨਿਰਬਾਣ ਕੀਰਤਨੀ ਗੁਰਮੁਖ ਸਾਧ ਜਨਾਂ ਦੀ ਇਕੱਤਰਤਾ ਹੁੰਦੀ ਹੈ, ਤਿੱਥੇ ਉਹ ਧਾ ਕੇ ਜਾਂਦੇ ਹਨ ਅਤੇ ਸੱਚੇ ਹਰ ਜਸ ਦਾ ਸੱਚਾ ਲਾਹਾ ਲੈਂਦੇ ਹਨ।
ਐਸੇ ਨਿਰਵਾਣ ਨਾਦ ਅਨਾਹਦ ਦੀ ਕੀਰਤਨ ਧੁਨੀਆਂ ਵਾਲੀ ਸੰਤ ਸਮਾਗਮੀ ਗੁਰਮੁਖ ਸੰਗਤ ਵਿੱਚ ਜਾਣ ਅਤੇ ਰਹਿਣ ਕਰ ਤਿਨਾਂ ਦੇ ਜਨਮ ਜਨਮਾਂਤਰਾਂ ਦੇ ਜਮ ਸੰਤਾਪ ਮਿਟ ਜਾਂਦੇ ਹਨ। ਯਥਾ ਗੁਰਵਾਕ। जय साध संतन होमै एकत्र तय हर जस गावै नाद कवित साध सभा मैं अनद बिसराम उन संग सो पाए जिस मस्तक कराम। धनासरी महला पंजवा। तथा जाकोरे कर्म भला तिन ओट गही संत भला तिन नाही रे जम संतावै साधु की संगना। धनासरी महला पंजवा। ਧੁਰੋਂ ਹੀ ਜਿਨ੍ਹਾਂ ਦੇ ਕਰਮ ਵਿੱਚ ਪੂਰਬਲੇ ਜਨਮ ਦਾ ਲਿਖਿਆ ਹੋਇਆ ਹੈ ਤਿੰਨਾਂ ਨੂੰ ਹੀ ਗੁਰਮਤਿ ਨਾਮਮਈ ਸਾਚ ਸੱਚ ਪਦਾਰਥ ਦੀ ਸਿੱਖਿਆ ਗੁਰਮੰਤਰ ਗੁਰ ਦੀਖਿਆ ਗੁਰੂ ਘਰ ਦੀ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਤਿੰਨਾਂ ਦੀ ਜਮ ਫਾਸ ਕੱਟੀ ਜਾਣ ਦਾ ਮੂਲ ਬਚ ਜਾਂਦਾ ਹੈ। ਯਥਾ ਗੁਰਵਾਕ। ਧੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੀ ਫਾਸੇ। ਧਨਾਸਰੀ ਮਹਲਾ ਪੰਜਵਾਂ ਛੰਤ। ਗੁਰੂ ਘਰ ਦੇ ਵਿਰਲੇ ਕਰਮ ਜੋਗੀਸ਼ਰਾਂ ਗੁਰਮੁਖ ਭਗਤ ਜਨ ਅਭਿਆਸੀ ਜਨਾਂ ਤੋਂ ਬਿਨਾਂ ਇਹ ਸਾਰਾ ਚੱਲਣਹਾਰਾ ਅਸਾਰ ਸੰਸਾਰ ਗਰਭ ਗੁਮਾਨ ਦਾ ਹੀ ਅਟਿਆ ਹੋਇਆ ਹੈ। ਇਸ ਗਰਭ ਹੰਕਾਰ ਦੇ ਅੱਟੇ ਹੋਏ ਸਭ ਸੰਸਾਰੀ ਨਰ ਨਾਰੀ ਮਾਇਆ ਦੇ ਰੰਗ ਕੁਰੰਗ ਵਿੱਚ ਰੱਟ ਕੁਰੱਟੇ ਰਚੇ ਪਚੇ ਹੋਏ ਅਨੇਕਾਂ ਹੀ ਪਾਪ ਕਰਮ ਕਮਾਉਂਦੇ ਹਨ ਅਤੇ ਅੰਨੇ ਵਾਹ ਕਮਾਈ ਹੀ ਚਲੇ ਜਾਂਦੇ ਹਨ। ਅਹਨਸ ਇਹ ਅੰਧਲੇ ਕਰਮ ਕਮਾਉਂਦੇ ਹੋਏ ਲੋਭ ਮੋਹ ਅਭਿਮਾਨ ਵਿੱਚ ਡੁੱਬੇ ਰਹਿੰਦੇ ਹਨ। ਐਸੇ ਖਲਤ ਮਲਤ ਰਹਿੰਦੇ ਹਨ ਕਿ ਉਹਨਾਂ ਨੂੰ ਕਦੇ ਨਿਮਖ ਮਾਤਰ ਵੀ ਮਰਨਾ ਚਿੱਤ ਨਹੀਂ ਆਉਂਦਾ। ਜੇ ਮਰਨਾ ਚਿੱਤ ਆਵੇ ਕਦੇ ਚੇਤੇ ਆ ਜਾਵੇ ਤਾਂ ਉਹ ਪਾਪ ਕਰਨ ਤੋਂ ਕਦੇ ਤਾਂ ਸੰਕੋਚ ਕਰਨ। ਉਹਨਾਂ ਦੀ ਅਹਨਿਸ ਪੁੱਤਰ ਕਲਿੱਤਰ ਮਿੱਤਰਾਂ ਦੇ ਮੋਹ ਮਮਤਾ ਦੇ ਵਿਵਹਾਰਾਂ ਵਿੱਚ ਹੀ ਵਿਹਾਉਂਦੀ ਹੈ। ਸਾਰੀ ਅਵਰਦਾ ਵਿਹਾ ਜਾਂਦੀ ਹੈ। ਉਦੋਂ ਹੀ ਪਤਾ ਲੱਗਦਾ ਹੈ ਜਦੋਂ ਔਧ ਪੁੱਜ ਖੜੋਂਦੀ ਹੈ। ਗਿਣਤੀ ਦੇ ਲਿਖੇ ਦਿਨ ਕਾਲ ਦੇ ਆਯੂ ਦੇ ਮੁੱਕ ਜਾਣ ਤੇ ਸਿਰ ਤੇ ਆ ਖੜੋਂਦੇ ਹਨ ਅਤੇ ਧਰਮ ਰਾਏ ਦੇ ਦੁੱਖ ਦਾਤੇ ਦੂਤ ਜਮ ਆ ਮੂੰਹ ਦਿਖਾਉਂਦੇ ਹਨ ਜੋ ਭਰਮ ਮਾਤਰ ਵੀ ਕਦੇ ਚਿੱਤ ਚੇਤੇ ਨਹੀਂ ਸਨ ਹੁੰਦੇ। ਬਸ ਪਾਪਾਂ ਦੀ ਖੇਪ ਲੱਦ ਕੇ ਚਲੇ ਜਾਂਦੇ ਹਨ। ਨਾਮ ਧਨ ਖੱਟਣ ਦੀ ਉਹਨਾਂ ਦੇ ਭਾਗਾਂ ਵਿੱਚ ਰੇਖਾ ਹੀ ਨਹੀਂ ਲਿਖੀ ਹੁੰਦੀ। ਕਿਰਤ ਕਰਮ ਪਿਛਲੇ ਜਨਮ ਦਾ ਮਿਟਦਾ ਨਹੀਂ। ਯਥਾ ਗੁਰਵਾਕ। ਪਾਧਾਣੂ ਸੰਸਾਰ ਗਰਭ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਹ ਅਭਿਮਾਨ ਬੂਡੇ ਮਰਨ ਚੀਤ ਨਾ ਆਵੇ ਪੁੱਤਰ ਮਿੱਤਰ ਬਿਵਹਾਰ ਬਨਤਾ ਇਹ ਕਰਤ ਬਿਹਾਵੇ। ਪੁਜ ਦਿਵਸ ਆਏ ਲਿਖੇ ਮਾਏ ਦੁਖ ਧਰਮ ਦੂਤਾਂ ਡਿਠਿਆ ਕਿਰਤ ਕਰਮ ਨਾ ਮਿਟੈ ਨਾਨਕ ਹਰ ਨਾਮ ਧਨ ਨਹੀਂ ਖਟਿਆ। ਜੈਤਸਰੀ ਛੰਤ ਮਹਲਾ ਪੰਜਵਾਂ। ਜਿਹੜੇ ਕਰਮ ਪੂਰਬਲੇ ਜਨਮ ਦੇ ਤੁਰ ਲਿਖ ਪਾਏ ਹਨ ਸੇ ਇਸ ਜਨਮ ਵਿੱਚ ਕਰਨੇ ਪੈਂਦੇ ਹਨ। ਇਹ ਤੁਰ ਲਿਖਤ ਕਰਮ ਹਨ। ਇਹ ਜ਼ਰੂਰ ਕਰਮਾਂ ਦੀ ਸ਼ਕਲ ਵਿੱਚ ਭੁਗਤਣੇ ਬਣਦੇ ਹਨ। ਜਿਹਾ ਜਨਮ ਮਿਲੇਗਾ ਤਿਸੇ ਜਨਮ ਵਾਲੇ ਕਰਮ ਕਰਮ ਵਿਧਾਤੇ ਵੱਲੋਂ ਧੁਰ ਲਿਖ ਪਾਏ ਕਰਮ ਅਵਸ਼ ਕਰਨੇ ਪੈਣਗੇ। ਪਿਛਲੇ ਜਨਮ ਦੇ ਕਰਮਾਂ ਦੀ ਸਜ਼ਾ ਜਜ਼ਾ ਵਜੋਂ ਜਿਸ ਪ੍ਰਾਣੀ ਨੂੰ ਚੰਡਾਲਾਂ ਦੇ ਘਰ ਜਨਮ ਮਿਲਿਆ ਹੈ ਉਸ ਨੂੰ ਇਸ ਚੰਡਾਲ ਜਨਮ ਵਾਲੇ ਚੰਡਾਲ ਕਰਮ ਭੁਗਤ ਜਜ਼ੁਕਤੀ ਕਰਮ ਕਮਾਉਣੇ ਪੈਣਗੇ। ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿਤਾ। ਵਾਰ ਸੂਹੀ ਪੌੜੀ ਪੰਜਵੀਂ। ਪਰਾ ਪੂਰਬਲੀ ਲਿਖਤ ਅਨੁਸਾਰ ਕਿਸੇ ਪੂਰਬਲੇ ਸ਼ੁਭ ਕਰਮ ਦਾ ਫਲ ਅੰਕੁਰ ਇਸ ਜਨਮ ਵਿੱਚ ਇਹ ਸਫੁੱਟ ਹੁੰਦਾ ਹੈ ਕਿ ਉਸ ਦਾ ਸਤਸੰਗ ਵਿੱਚ ਵਾਸਾ ਆ ਹੁੰਦਾ ਹੈ ਜਿਸ ਕਾਰਨ ਉਸ ਦੀਆਂ ਸਾਰੀਆਂ ਪਰਮਾਰਥੀ ਆਸਾਂ ਪੂਰਨ ਹੋ ਜਾਂਦੀਆਂ ਹਨ। ਯਥਾ ਗੁਰਵਾਕ। ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧ ਕੈ ਪੂਰਨ ਆਸਾਏ। ਬਿਲਾਵਲ ਮਹਲਾ ਪੰਜਵਾਂ। ਪਿਛਲੇ ਪੂਰਬਲੇ ਜਨਮ ਦੇ ਪ੍ਰਬਲ ਸ਼ੁਭ ਕਰਮ ਫਲ ਅੰਕੂਰੀ ਕਰਮਾਂ ਦਾ ਸਦਕਾ ਅਗਲੇ ਜਨਮ ਵਿੱਚ ਗੁਰੂ ਘਰ ਵਿਖੇ ਜਨਮ ਮਿਲ ਕੇ ਅਰ ਗੁਰੂ ਕੀ ਸਾਧ ਸੰਗਤ ਵਿੱਚ ਵਾਸਾ ਹੋਣ ਕਰਕੇ ਗੁਰ ਸਤਿਗੁਰ ਨਾਨਕ ਗੁਰੂ ਦਸ਼ਮੇਸ਼ ਦੇ ਸਿੱਖ ਬਣਨ ਦੀ ਦਾਤ ਮਿਲਦੀ ਹੈ ਅਤੇ ਇਸ ਬਿਦ ਨਿਗੁਰਿਓਂ ਸਗੁਰੇ ਹੋ ਕੇ ਗੁਰ ਦੀਖਿਅਤ ਗੁਰਮਤ ਨਾਮ ਗੁਰਮੰਤਰ ਦੀਆਂ ਅਭਿਆਸ ਕਮਾਈਆਂ ਦਾ ਪਾਤਰ ਬਣੀਦਾ ਹੈ ਅਤੇ ਇਤ ਬਿਦ ਕੇਵਲ ਇਤ ਬਿਦ ਹੀ ਨਾਮ ਧਿਆਏ ਸਕੀਦਾ ਹੈ। ਅਜਿਹੇ ਅਹਨਿਸ ਨਾਮ ਧਿਆਇਨੀ ਨਾਮ ਰਤੇ ਜਨ ਸਦਾ ਸੁਖ ਪ੍ਰਾਪਤੀ ਦਾ ਸੁਭਾਗ ਪੁੰਚਦੇ ਹਨ। ਅਜਿਹੇ ਨਾਮ ਸੁਖ ਸੁਭਾਗੀ ਜਨਾਂ ਵਿਟੋਂ ਗੁਰੂ ਨਾਨਕ ਸਾਹਿਬ ਵਾਰਨੇ ਬਲਿਹਾਰਨੇ ਜਾਂਦੇ ਹਨ। ਯਥਾ ਗੁਰਵਾਕ। ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ। ਵਾਰ ਬਿਲਾਵਲ ਸ਼ਲੋਕ ਮਹਲਾ ਤੀਜਾ। ਜਿਸ ਕਰਮ ਹੋਵੈ ਤੇ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ। ਵਾਰ ਬਿਲਾਵਲ ਸ਼ਲੋਕ ਮਹਲਾ ਤੀਜਾ। ਗੁਰੂ ਘਰ ਦੀ ਸੰਗਤ ਪ੍ਰਾਪਤ ਹੋਣ ਕਰ ਅਤੇ ਗੁਰਮੁਖ ਸਿੱਖ ਸੱਜਣ ਪਰ ਹੀ ਨਿਤਾ ਪ੍ਰਤ ਹਰ ਗੁਣ ਗਾਉਣ ਦਾ ਅਤੇ ਹਰ ਗੁਣ ਗਾ ਕੇ ਰਸਨਾ ਪਵਿੱਤਰ ਕਰਨ ਦਾ ਸੁਭਾਗ ਤਿਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦਾ ਕੋਈ ਪਰਾ ਪੂਰਬਲਾ ਕਰਮ ਬਣ ਆਇਆ ਹੈ ਤੇ ਜਾਗਿਆ ਹੈ। ਯਥਾ ਗੁਰਵਾਕ। ਪਰਾ ਪੂਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ। ਰਾਮਕਲੀ ਮਹਲਾ ਪੰਜਵਾਂ।
ਇਹ ਜਨਮ ਪਾ ਕੇ ਮਨੁੱਖਾ ਸਰੀਰ ਜਾਮਾ ਧਾਰ ਕੇ ਜੋ ਮਨੁੱਖ ਜਾਮਾਵੰਤ ਜੀਓ ਸਰੀਰ ਰਚਣਹਾਰ ਕਰਤੇ ਪੁਰਖ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਨਹੀਂ ਵਸਾਉਂਦੇ, ਇਹ ਸਰੀਰ ਧਾਰ ਕੇ ਉਹਨਾਂ ਦੇ ਹੋਰ ਕਰਮ ਕਮਾਵਣੇ ਕਿਸੇ ਲੇਖੇ ਨਹੀਂ। ਉਹਨਾਂ ਦਾ ਇਸ ਜੱਗ ਵਿੱਚ ਆਉਣਾ, ਮਨੁੱਖਾ ਜਾਮਾ ਧਾਰ ਕੇ ਆਉਣਾ ਹੀ ਬਿਰਥਾ ਹੈ, ਨਾ ਆਉਣ ਦੇ ਬਰਾਬਰ ਹੈ। ਤਿਨਾਂ ਦਾ ਆਉਣਾ ਹੀ ਸਫਲ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਵਸਦਾ ਹੈ, ਪਰ ਤਿਨਾਂ ਦੇ ਮਨ ਵਿੱਚ ਹੀ ਵਸਦਾ ਹੈ ਜਿਨ੍ਹਾਂ ਨੇ ਪੂਰਨ ਗੁਰਮਤ ਅਨੁਸਾਰ ਸਤਿਗੁਰੂ ਦੇ ਸਿੱਖ ਬਣ ਕੇ ਗੁਰੂਦੁਆਰਿਓਂ ਗੁਰਮੰਤਰ ਗੁਰਦੀਖਿਆ ਪ੍ਰਾਪਤ ਕੀਤੀ ਹੈ। ਗੁਰਦੀਖਿਆ ਰੂਪੀ ਗੁਰਮੰਤਰ ਤਿਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਸਤਿਗੁਰ ਦੀ ਕਿਰਪਾ ਪ੍ਰਸਾਦ ਦੇ ਪਾਤਰ ਬਣਦੇ ਹਨ। ਪ੍ਰਸਾਦੀ ਸਤਿਗੁਰੂ ਦਾ ਕਿਰਪਾ ਪ੍ਰਸਾਦ ਪੂਰਬ ਲਿਖਤੀ ਕਰਮਾਂ ਦੇ ਪ੍ਰਭਾਵ ਕਰਕੇ ਹੀ ਪਾਈਦਾ ਹੈ। ਤਿਨਾਂ ਦੇ ਮਨੁੱਖਾ ਜਾਮੇ ਸਰੀਰ ਦੀ ਜਨਮ ਯਾਤਰਾ ਪ੍ਰਵਾਨ ਹੁੰਦੀ ਹੈ ਜਿਨ੍ਹਾਂ ਦਾ ਚਿੱਤ, ਜਿਨ੍ਹਾਂ ਦੀ ਮਾਨਸਿਕ ਰੁਚੀ ਅਹਨਿਸ ਗੁਰੂ ਕਰਤਾਰ ਦੇ ਚਰਨਾਂ ਨਾਲ ਜੁੜਤ ਹੈ। ਇਸੇ ਪਰਥਾਏ ਹੀ ਸਰੀਰ ਨੂੰ ਸਨਮੁਖ ਕਰਕੇ ਇਹ ਗੁਰਵਾਕ ਉਚਾਰਨਤ ਹੁੰਦਾ ਹੈ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਰਾਮ ਕਲੀ ਮਹਲਾ ਤੀਜਾ ਆਨੰਦ। ਅਜਿਹੇ ਪੂਰਬ ਕਰਮ ਬੰਧਨੀ ਪ੍ਰਾਣੀਆਂ ਦਾ ਵਿਪਰਜੇ ਕਰਮ ਕਮਾਉਂਦਿਆਂ ਧੰਦੇ ਧਾਮਦਿਆਂ ਹੀ ਸਾਰਾ ਦਿਨ ਜਾਂਦਾ ਹੈ ਅਤੇ ਉਹ ਸੌਂਦਿਆਂ ਹੀ ਸਾਰੀ ਰਹਿਣ ਗਵਾ ਜਾਂਦੇ ਹਨ। ਉਹ ਕੂੜ ਕੁਸਤ ਕੁਕਰਮਾਂ ਦੇ ਕਰਨ ਵਿੱਚ ਕੂੜ ਬੋਲ ਬੋਲ ਹੀ ਬਿਖ ਮਾਇਆ ਦੇ ਜ਼ਹਿਰੀਲੇ ਰੱਤੂ ਗਰਾਸ ਘੁੱਟ ਖਾਂਦੇ ਪੀਂਦੇ ਰਹਿੰਦੇ ਹਨ। ਸਾਰੀ ਆਯੂ ਇਵੇਂ ਹੀ ਬਿਤਾਇਕ ਹੈ। ਅਜਿਹੇ ਮਨਮੁਖ ਇਸ ਜਗਤ ਸੰਸਾਰ ਤੋਂ ਰੋਂਦੇ ਹੀ ਚਲੇ ਜਾਂਦੇ ਹਨ। ਅਗਾਹਾਂ ਵੀ ਰੋਣ ਕੁਰਲਾਣ ਉਹਨਾਂ ਦਾ ਮੁੱਕਦਾ ਨਹੀਂ, ਕਿਉਂਕਿ ਉਹਨਾਂ ਦੇ ਸਿਰਾਂ ਤੇ ਜਮ ਦਾ ਕਰਾਰਾ ਡੰਡਾ ਪੈਂਦਾ ਹੀ ਰਹਿੰਦਾ ਹੈ। ਇਸ ਜਮ ਡੰਡੇ ਦਾ ਡੰਨ ਉਹਨਾਂ ਨੂੰ ਖਿਨ ਖਿਨ ਸਹਿਣਾ ਪੈਂਦਾ ਹੈ। ਧੁਰ ਧਰਮ ਰਾਏ ਦੀ ਦਰਗਾਹ ਤਾਈਂ ਡੰਡੇ ਪੈਂਦੇ ਹੀ ਚਲੇ ਜਾਂਦੇ ਹਨ। ਇਸ ਕਰਕੇ ਧੁਰ ਦਰਗਾਹੇ ਵੀ ਉਹਨਾਂ ਦੀ ਪਤ ਪ੍ਰਤਿਸ਼ਠਾ ਨਹੀਂ ਰਹਿੰਦੀ, ਸਾਰੀ ਖੋਈ ਜਾਂਦੀ ਹੈ। ਵਾਹਿਗੁਰੂ ਦਾ ਨਾਮ ਛੱਡ ਕੇ ਦੂਜੇ ਭਾਏ ਦੇ ਕਰਮਾਂ ਵਿੱਚ ਖਚਤ ਰਹਿਣ ਦੀ ਸਗੋਂ ਦੂਣ ਸਵਾਈ ਸਜ਼ਾ ਮਿਲਦੀ ਹੈ। ਵਾਹਿਗੁਰੂ ਦਾ ਨਾਮ ਉਹਨਾਂ ਨੇ ਕਦੇ ਵੀ ਨਿਮਖ ਮਾਤਰ ਚੇਤਿਆ ਨਹੀਂ ਹੁੰਦਾ। ਇਸ ਪ੍ਰਕਾਰ ਸੱਟਾਂ ਸਜਾਈ ਖਾਂਦੇ 84 ਦੇ ਆਵਾਗਮਣੀ ਗੇੜ ਵਿੱਚ ਹੀ ਪਏ ਰਹਿੰਦੇ ਹਨ। ਸਤਿਗੁਰੂ ਦੀ ਕਿਰਪਾ ਹੋ ਜਾਏ ਤਾਂ ਉਹ ਸਿੱਧੇ ਮਾਰਗ ਤੇ ਗੁਰਮਤ ਮਾਰਗ ਤੇ ਪੈ ਜਾਣ ਅਤੇ ਨਾਮ ਜਪਣ ਲੱਗ ਜਾਣ। ਐਸੀ ਜਪਣੀ ਜਪਣ ਕਿ ਨਾਮੀ ਵਾਹਿਗੁਰੂ ਉਹਨਾਂ ਦੇ ਮਨ ਵਿੱਚ ਵਸ ਜਾਵੇ ਤਾਂ ਉਹ ਜਮ ਡੰਡ ਦੀ ਮਾਰ ਤੋਂ ਬਚ ਸਕਦੇ ਹਨ। ਜੰਮਾਂ ਦੀ ਮਾਰ ਤੋਂ ਬਚਾਵਾ, ਆਵਾਗਾਉਣ ਤੋਂ ਛੁਟਾਵਾ ਅਤੇ ਨਾਮ ਨਾਮੀ ਨਾਲ ਸਹਿਜ ਮਿਲਾਵਾ, ਇਹ ਸਭ ਪੂਰਬਲੇ ਕਰਮਾਂ ਕਰਕੇ ਹੈ। ਯਥਾ ਗੁਰਵਾਕ। ਧੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ, ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ, ਸਿਰੈ ਉੱਪਰ ਜਮ ਡੰਡ ਹੈ, ਦੂਜੈ ਭਾਏ ਪਤ ਖੋਏ, ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ, ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨ ਲਾਗੈ ਕੋਏ, ਨਾਨਕ ਸਹਿਜੇ ਮਿਲ ਰਹਾ, ਕਰਮ ਪ੍ਰਾਪਤ ਹੋਏ। ਰਾਮਕਲੀ ਕੀ ਵਾਰ ਮਹਲਾ ਤੀਜਾ। ਪੂਰਬਲੇ ਜਨਮਾਂ ਦੇ ਲੇਖ ਉਲੇਖ ਕਦੇ ਮਿਟਦੇ ਨਹੀਂ, ਨਾ ਹੀ ਜਨਮ ਮਰਨ ਦਾ ਸਿਲਸਿਲਾ ਹਟਦਾ ਹੈ। ਕੁਕਰਮ ਕਰਨੋਂ ਹਟੇ ਤਾਂ ਇਹ ਸਿਲਸਿਲਾ ਵੀ ਮਿਟੇ, ਪਰ ਹਟ ਸਕਦਾ ਨਹੀਂ। ਦੋਸ਼ ਤਾਂ ਕਰਮਾਂ ਆਪਣਿਆਂ ਦਾ ਹੁੰਦਾ ਹੈ, ਪਰ ਦੋਸ਼ ਹੋਰਨਾਂ ਨੂੰ ਦਿੰਦਾ ਹੈ। ਮੰਦੇ ਕਰਮ ਕਰਤਬ ਦਾ ਉਲਾਂਭਾ ਦੂਜਿਆਂ ਤੇ ਦਿੰਦਾ ਅਤੇ ਆਪ ਬਰਿਊਲ ਜੁਮਾ ਰਹਿੰਦਾ ਹੈ। ਹੋਰ ਕਿਸੇ ਆਪਣੇ ਸ਼ਰੀਕ ਉੱਤੇ ਉਲਾਂਭਾ ਦੇਣ ਦਾ ਜੇ ਰਖਣਾ ਨਾ ਮਿਲ ਸਕੇ ਤਾਂ ਉਸ ਦਾ ਦੋਸ਼ ਕਰਨ ਕਰਾਵਨਹਾਰ ਕਰਤਾਰ ਤੇ ਲਾਉਂਦਾ ਹੈ, ਆਪਣੇ ਤੇ ਨਹੀਂ ਲਾਉਂਦਾ। ਕਰਨਹਾਰ ਕਰਮ ਵਿਧਾਤਾ ਕਰਤਾਰ ਤਾਂ ਕੀਤੇ ਕਰਮਾਂ ਦਾ ਫਲ ਭੁਗਤਾਉਂਦਾ ਹੈ ਅਤੇ ਕੁਕਰਮਾਂ ਦੀ ਸ਼ਕਲ ਵਿੱਚ ਭੁਗਤਾਉਂਦਾ ਹੈ। ਪਿਛਲਾ ਲੇਖਾ ਮਿਟਦਾ ਨਹੀਂ, ਉਹ ਹੋਰ ਕੁਕਰਮ ਕਰਕੇ ਅਗਾਹਾਂ ਦਾ ਲੇਖਾ ਵੀ ਵਧਾ ਲੈਂਦਾ ਹੈ। ਰੋਸ ਦੋਸ ਭਲਾ ਹੋਰ ਕਿਸ ਦਾ। ਯਥਾ ਗੁਰਵਾਕ। ਪੂਰਬ ਜਨਮ ਕੋ ਲੇਖ ਨ ਮਿਟਈ, ਜਨਮ ਮਰੈ ਕਾਕੋ ਦੋਸ ਧਰੇ। ਮਾਰੂ ਮਹੱਲਾ ਪਹਿਲਾ।